बहुत ही प्यारे विद्यार्थियों, प्यार भरी सत श्री अकाल। मैं सुखपाल सिंह, साइंस मास्टर, सरकारी हाई स्मार्ट स्कूल मौड़ा, ਜ਼ਿਲ੍ਹਾ ਬਰਨਾਲਾ। ਅੱਜ ਅਸੀਂ ਵਿਗਿਆਨ ਵਿਸ਼ੇ ਦਾ ਕਲਾਸ 10ਵੀਂ ਦਾ ਤੁਹਾਡਾ 8ਵਾਂ ਚੈਪਟਰ ਹੈ, ਜਿਸ ਦਾ ਨਾਮ ਹੈ ਜੀਵ ਪ੍ਰਜਨਨ ਕਿਵੇਂ ਕਰਦੇ ਹਨ। How do organisms reproduce? ਇਸ ਦਾ ਅਸੀਂ ਅੱਜ ਸਭ ਤੋਂ ਪਹਿਲਾ ਟੌਪਿਕ ਕੀ ਹੈ, ਇਕੱਲੇ ਜੀਵਾਂ ਵਿੱਚ ਪ੍ਰਜਨਨ ਦੀਆਂ ਵਿਧੀਆਂ। ਜੋ ਇਕੱਲੇ ਜੀਵ ਨੇ, ਇਕੱਲੇ ਜੀਵ ਮਤਲਬ ਇੱਕ ਸੈਲੀ ਜੀਵ ਜਾਂ ਬਹੁਤ ਸੈਲੀ ਜੀਵ, ਉਹਨਾਂ ਦੇ ਵਿੱਚ ਪ੍ਰਜਨਨ ਦੀਆਂ ਵਿਧੀਆਂ ਕਿਹੜੀਆਂ-ਕਿਹੜੀਆਂ ਹਨ, ਉਹਨਾਂ ਬਾਰੇ ਅਸੀਂ ਪੜ੍ਹਾਂਗੇ। Modes of reproduction used by single organism। ਇਸ ਲੈਕਚਰ ਤੋਂ ਬਾਅਦ ਤੁਸੀਂ ਬਹੁਤ ਹੀ ਇੰਪੋਰਟੈਂਟ ਕਈ ਕੁਐਸਚਨਾਂ ਦੇ ਜਵਾਬ ਆਪਣੇ ਆਪ ਦੇ ਸਕੋਗੇ। ਤੁਸੀਂ ਬਹੁਤ ਕੁਝ ਸਿੱਖੋਗੇ। ਤੁਸੀਂ ਸਿੱਖੋਗੇ ਜਿਵੇਂ ਕਿ ਸਾਡੇ ਕੋਲ ਪਾਠ ਦਾ ਨਾਮ ਹੀ ਹੈ, ਪ੍ਰਜਨਨ ਕਿਵੇਂ ਕਰਦੇ ਹਨ, ਪ੍ਰਜਨਨ ਕੀ ਹੁੰਦਾ ਹੈ, ਇਸ ਬਾਰੇ ਤੁਸੀਂ ਸਿੱਖੋਗੇ। ਪ੍ਰਜਨਨ ਕਿੰਨੇ ਤਰ੍ਹਾਂ ਦਾ ਹੁੰਦਾ ਹੈ, ਅਲੱਗ-ਅਲੱਗ ਜੀਵਾਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਨਾਲ ਪ੍ਰਜਨਨ ਹੁੰਦਾ ਹੈ। ਉਹ ਸਾਰਾ ਕੁਝ ਅਸੀਂ ਇਸ ਪਾਠ ਦੇ ਵਿੱਚ ਸਿੱਖਾਂਗੇ। ਇਸ ਲੈਕਚਰ ਤੋਂ ਬਾਅਦ ਤੁਸੀਂ ਇਹਨਾਂ ਕੁਐਸਚਨਾਂ ਦੇ ਆਨਸਰ ਬੜੇ ਤਰੀਕੇ ਨਾਲ, ਬੜੇ ਵਧੀਆ ਢੰਗ ਨਾਲ ਦੇ ਸਕੋਗੇ। ਤਾਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਇਹੀ ਸਿੱਖਦੇ ਹਾਂ, ਜੋ ਸਾਡੇ ਚੈਪਟਰ ਦਾ ਨਾਮ ਹੈ ਜੀਵ ਪ੍ਰਜਨਨ ਕਿਵੇਂ ਕਰਦੇ ਹਨ। ਜੀਵ ਸਾਨੂੰ ਸਾਰਿਆਂ ਹੀ ਪਤਾ ਹੈ ਕਿ ਸਾਰਾ ਆਲੇ ਦੁਆਲੇ ਜੋ ਸਾਡੇ ਸੰਜੀਵ ਰਹਿੰਦੇ ਆ, ਜਿਹੜੇ ਸਾਹ ਲੈਂਦੇ ਆ, ਤੁਰ ਫਿਰ ਸਕਦੇ ਆ, ਹਰੇ ਪੌਦੇ, ਜੀਵ ਜੰਤੂ, ਪੰਛੀ, ਛੋਟੇ ਛੋਟੇ ਸੂਖਮ ਜੀਵ ਜਿਨ੍ਹਾਂ ਨੂੰ ਅਸੀਂ ਨੰਗੀ ਅੱਖ ਨਾਲ ਨਹੀਂ ਦੇ ਸਕਦੇ, ਮਨੁੱਖ, ਇਹ ਸਾਰੇ ਕੀ ਆ ਜਾਂਦੇ ਆ ਜੀਵ। ਪ੍ਰਜਨਨ ਕੀ ਹੁੰਦਾ ਹੈ? ਪ੍ਰਜਨਨ ਹੁੰਦਾ ਹੈ ਜੀਵਾਂ ਦੁਆਰਾ ਆਪਣੇ ਵਰਗੇ ਨਵੇਂ ਜੀਵ ਪੈਦਾ ਕਰਨਾ। ਇਸ ਦੁਨੀਆ ਦੇ ਵਿੱਚ ਹਰ ਇੱਕ ਜੀਵ ਆਪਣੇ ਵਰਗੇ ਨਵੇਂ ਜੀਵ ਪੈਦਾ ਕਰਦਾ ਹੈ। ਮਨੁੱਖ ਆਪਣੀ ਸੰਤਾਨ ਪੈਦਾ ਕਰਦਾ ਹੈ, ਨਵੇਂ ਬੱਚੇ ਪੈਦਾ ਕਰਦਾ ਹੈ। ਪਸ਼ੂ ਪੰਛੀ ਉਹ ਵੀ ਆਪਣੇ ਵਰਗੇ ਜੀਵ ਪੈਦਾ ਕਰਦੇ। ਇੱਕ ਚਿੜੀ ਨਵੇਂ ਬੋਟ ਨੂੰ ਜਨਮ ਦਿੰਦੀ ਹੈ, ਜੋ ਵੱਡਾ ਹੋ ਕੇ ਨਵਾਂ ਚਿੜਾ ਜਾਂ ਚਿੜੀ ਬਣਦਾ ਹੈ। ਇਸੇ ਤਰ੍ਹਾਂ ਇੱਕ ਕੁੱਤਾ ਹੈ, ਉਹ ਇੱਕ ਪੱਪੀ ਨੂੰ, ਕਤੂਰੇ ਨੂੰ ਜਨਮ ਦਿੰਦਾ, ਜੋ ਵੱਡਾ ਹੋ ਕੇ ਕੁੱਤਾ ਬਣਦਾ। ਇਸ ਤਰ੍ਹਾਂ ਛੋਟੇ ਛੋਟੇ ਸੂਖਮ ਜੀਵ ਹੁੰਦੇ ਆ ਜਿਹੜੇ ਕਿ ਆਪਣੇ ਵਰਗੇ ਜੀਵ ਪੈਦਾ ਕਰਦੇ ਆ। ਮਤਲਬ ਜੀਵਾਂ ਦੁਆਰਾ ਆਪਣੇ ਵਰਗੇ ਜੀਵ ਪੈਦਾ ਕਰਨ ਦੀ ਵਿਧੀ ਨੂੰ ਅਸੀਂ ਕਹਿੰਦੇ ਹਾਂ ਪ੍ਰਜਨਨ। ਕਲੀਅਰ ਹੈ ਪ੍ਰਜਨਨ ਕੀ ਹੁੰਦਾ। ਹੁਣ ਅਸੀਂ ਜੀਵ ਪ੍ਰਜਨਨ ਕਿਵੇਂ ਕਰਦੇ ਨੇ, ਮਤਲਬ ਆਪਣੇ ਵਰਗੇ ਜੀਵ ਪੈਦਾ ਕਿਵੇਂ ਕਰਦੇ ਨੇ, ਉਸ ਬਾਰੇ ਅਸੀਂ ਗੱਲ ਕਰਾਂਗੇ। ਪ੍ਰਜਨਨ ਦੋ ਤਰ੍ਹਾਂ ਦਾ ਹੁੰਦਾ ਹੈ, ਇੱਕ ਅਲਿੰਗੀ ਪ੍ਰਜਨਨ, ਇੱਕ ਲਿੰਗੀ ਪ੍ਰਜਨਨ। ਅਲਿੰਗੀ ਪ੍ਰਜਨਨ ਤੇ ਲਿੰਗੀ ਪ੍ਰਜਨਨ। ਅੱਜ ਅਸੀਂ ਸਿਰਫ ਲਿੰਗੀ ਪ੍ਰਜਨਨ ਦੀਆਂ ਕੁਝ ਵਿਧੀਆਂ ਬਾਰੇ ਪੜ੍ਹਾਂਗੇ। ਅਲਿੰਗੀ ਪ੍ਰਜਨਨ ਅੱਗੇ 5 ਤਰ੍ਹਾਂ ਦਾ ਹੁੰਦਾ ਹੈ। ਅਲਿੰਗੀ ਪ੍ਰਜਨਨ ਉਹ ਹੁੰਦਾ ਹੈ ਜਿਸ ਦੇ ਵਿੱਚ ਪ੍ਰਜਨਨ ਲਈ ਨਰ ਅਤੇ ਮਾਦਾ ਦੀ ਲੋੜ ਨਹੀਂ ਹੁੰਦੀ। ਇਕੱਲਾ ਜੀਵ ਹੀ ਆਪਣੀ ਸੰਤਾਨ, ਆਪਣੇ ਵਰਗੇ ਨਵੇਂ ਜੀਵ ਪੈਦਾ ਕਰ ਸਕਦਾ। ਇਸ ਲਈ ਅੱਜ ਅਸੀਂ ਜੋ ਪੜ੍ਹ ਰਹੇ ਹਾਂ ਇਕੱਲੇ ਜੀਵਾਂ ਦੁਆਰਾ ਪ੍ਰਜਨਨ ਵਿਧੀਆਂ, ਮਤਲਬ ਜਿਸ ਦੇ ਵਿੱਚ ਨਰ ਅਤੇ ਮਾਦਾ ਦੀ ਜ਼ਰੂਰਤ ਨਹੀਂ ਹੁੰਦੀ, ਇਕੱਲਾ ਜੀਵ ਹੀ ਆਪਣੇ ਵਰਗੇ ਨਵੇਂ ਜੀਵ ਪੈਦਾ ਕਰ ਸਕਦਾ ਹੈ। ਉਸ ਵਿਧੀ ਨੂੰ ਅਸੀਂ ਕੀ ਬੋਲਦੇ ਹਾਂ, ਅਲਿੰਗੀ ਪ੍ਰਜਨਨ। ਲਿੰਗੀ ਪ੍ਰਜਨਨ ਉਹ ਹੁੰਦਾ ਹੈ ਜਿਸ ਵਿੱਚ ਨਵੇਂ ਜੀਵ ਪੈਦਾ ਕਰਨ ਲਈ ਨਰ ਅਤੇ ਮਾਦਾ ਦੋਵਾਂ ਦੀ ਜ਼ਰੂਰਤ ਹੁੰਦੀ ਹੈ। ਦੋਨੇ ਮਿਲ ਕੇ ਆਪਣੇ ਵਰਗਾ ਇੱਕ ਨਵਾਂ ਜੀਵ ਆ ਜਿਹੜਾ ਉਹ ਪੈਦਾ ਕਰਦੇ ਨੇ। ਅਲਿੰਗੀ ਪ੍ਰਜਨਨ ਇਹ ਅੱਗੇ 5 ਤਰ੍ਹਾਂ ਦਾ ਹੁੰਦਾ ਰਾਜੇ। ਤੁਹਾਨੂੰ ਮਤਲਬ ਇਹ ਕੁਐਸਚਨ ਆ ਜਾਂਦਾ ਪੇਪਰ 'ਚ ਕਿ ਅਲਿੰਗੀ ਪ੍ਰਜਨਨ ਦੀਆਂ ਵੱਖ-ਵੱਖ ਵਿਧੀਆਂ ਕਿਹੜੀਆਂ ਹਨ। ਤਾਂ ਉਹ ਵੱਖ-ਵੱਖ ਵਿਧੀਆਂ ਕਿਹੜੀਆਂ ਨੇ ਅਲਿੰਗੀ ਪ੍ਰਜਨਨ ਦੀਆਂ? ਸਭ ਤੋਂ ਪਹਿਲੀ ਵਿਧੀ ਹੈ ਵਿਖੰਡਨ, ਫਿਜ਼ਨ। ਦੂਜੀ ਵਿਧੀ ਹੈ ਖੰਡ ਕਰਨਾ, ਫ੍ਰੈਗਮੈਂਟੇਸ਼ਨ। ਤੀਜੀ ਵਿਧੀ ਹੈ ਪੁਨਰ ਜਨਨ, ਰੀਜਨਰੇਸ਼ਨ। ਚੌਥੀ ਵਿਧੀ ਹੈ ਬਡਿੰਗ, ਬਡਿੰਗ ਹੀ ਇਸ ਨੂੰ ਇੰਗਲਿਸ਼ 'ਚ ਬੋਲਦੇ ਹਾਂ। ਤੇ ਪੰਜਵੀਂ ਵਿਧੀ ਹੈ ਕਾਇਕ ਪ੍ਰਜਨਨ, ਵੈਜੀਟੇਟਿਵ ਪ੍ਰੋਪੇਗੇਸ਼ਨ। ਇਹ 5 ਤਰ੍ਹਾਂ ਦੀਆਂ ਸਾਡੇ ਕੋਲ ਅਲਿੰਗੀ ਪ੍ਰਜਨਨ ਦੀਆਂ ਵਿਧੀਆਂ ਨੇ। ਇਸ ਨੂੰ ਹੁਣ ਅਸੀਂ ਇੱਕ ਇੱਕ ਕਰਕੇ ਅੱਗੇ ਪੜ੍ਹਾਂਗੇ।
ਅਲਿੰਗੀ ਜਨਨ ਦੀ ਜੋ ਸਭ ਤੋਂ ਪਹਿਲੀ ਵਿਧੀ ਹੈ ਉਹ ਹੈ ਵਿਖੰਡਨ, ਜਿਹਨੂੰ ਅਸੀਂ ਬੋਲਦੇ ਹਾਂ ਫਿਜ਼ਨ। ਕੀ ਹੁੰਦਾ ਹੈ? ਨਾਮ ਤੋਂ ਕਲੀਅਰ ਹੈ ਜੀ, ਵਿਖੰਡਨ। ਵਿਖੰਡਨ ਦਾ ਮਤਲਬ ਟੁੱਟਣਾ, ਵੰਡਿਆ ਜਾਣਾ। ਵਿਖੰਡਨ ਦਾ ਮਤਲਬ ਹੁੰਦਾ ਟੁੱਟਣਾ ਜਾਂ ਵੰਡਿਆ ਜਾਣਾ। ਪਰਿਭਾਸ਼ਾ ਕੀ ਹੈ? ਇੱਕ ਸੈਲੀ ਜੀਵਾਂ ਵਿੱਚ ਸੈੱਲ ਵੰਡ ਜਾਂ ਵਿਖੰਡਨ ਦੁਆਰਾ ਨਵੇਂ ਜੀਵ ਪੈਦਾ ਕਰਨਾ। ਵਿਖੰਡਨ ਪਹਿਲਾਂ ਯਾਦ ਰੱਖਣਾ ਹੁੰਦਾ ਕਿੰਨਾ ਵਿੱਚ ਹੈ, ਇੰਪੋਰਟੈਂਟ, ਇੱਕ ਸੈਲੀ ਜੀਵਾਂ ਦੇ ਵਿੱਚ। ਇੱਕ ਸੈਲੀ ਜੀਵਾਂ ਦੇ ਵਿੱਚ, ਇੱਕ ਸੈਲੀ ਜੀਵਾਂ ਦੇ ਵਿੱਚ ਸੈੱਲ ਵੰਡ ਯਾਨੀ ਕਿ ਸੈੱਲ ਦਾ ਵੰਡਿਆ ਜਾਣਾ, ਟੁੱਟ ਜਾਣਾ ਜਾਂ ਵਿਖੰਡਨ ਹੋ ਜਾਣਾ ਕੀ ਹੁੰਦਾ ਹੈ? ਨਵੇਂ ਜੀਵ ਪੈਦਾ ਹੁੰਦੇ ਆ। ਉਸ ਵਿਧੀ ਨੂੰ ਕਹਿੰਦੇ ਅਸੀਂ ਵਿਖੰਡਨ। ਅੱਗੇ ਦੋ ਤਰ੍ਹਾਂ ਦੀ ਹੁੰਦੀ ਹੈ, ਦੋ ਖੰਡਨ ਅਤੇ ਬਹੁ ਖੰਡਨ। ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਦੋ ਖੰਡਨ, ਬਾਈਨਰੀ ਫਿਜ਼ਨ। ਨਾਮ ਤੋਂ ਹੀ ਕਲੀਅਰ ਹੈ, ਦੋ ਦਾ ਮਤਲਬ ਦੋ, ਖੰਡਨ ਦਾ ਮਤਲਬ ਟੁੱਟ ਜਾਣਾ, ਦੋ ਭਾਗਾਂ ਵਿੱਚ ਟੁੱਟ ਜਾਣਾ। ਬਾਈਨਰੀ ਦੋ, ਫਿਜ਼ਨ ਟੁੱਟਣਾ। ਇਹਦੇ ਲਈ ਅਸੀਂ ਇੱਕ ਐਗਜ਼ਾਮਪਲ ਲੈਂਦੇ ਹਾਂ, ਸਾਡੇ ਕੋਲ ਉਦਾਹਰਨ। ਇਹ ਸਾਡੇ ਕੋਲ ਜੋ ਡਾਇਗਰਾਮ ਬਣੀ ਹੈ ਇਹ ਸੂਖਮ ਜੀਵ ਹੈ। ਸੂਖਮ ਜੀਵ ਜਾਂ ਮਾਈਕਰੋ ਆਰਗੈਨਿਜ਼ਮ ਉਹ ਹੁੰਦੇ ਆ ਜਿਹਨੂੰ ਅਸੀਂ ਨੰਗੀ ਅੱਖ ਨਾਲ ਨਹੀਂ ਦੇਖ ਸਕਦੇ। ਇਹ ਜੋ ਡਾਇਗਰਾਮ ਹੈ, ਇਹ ਚਿੱਤਰ ਹੈ, ਇਹ ਅਮੀਬਾ ਦਾ ਹੈ। ਅਮੀਬਾ ਦੇ ਵਿੱਚ ਇੱਕ ਸੈਲੀ ਜੀਵ ਹੈ ਜੋ ਸੈਂਟਰ ਦੇ ਵਿੱਚ ਮੈਂ ਗੋਲ ਬਲੈਕ ਕਲਰ ਦਾ ਡਾਟ ਲਗਾਇਆ, ਉਹ ਹੈ ਇਹਦਾ ਕੇਂਦਰਕ, ਉਸਨੂੰ ਬੋਲਦੇ ਅਸੀਂ ਕੇਂਦਰਕ। ਤੇ ਜੋ ਮੈਂ ਡਾਟਸ ਲਗਾਏ ਨੇ ਇਹਨੂੰ ਅਸੀਂ ਬੋਲਦੇ ਹਾਂ ਸਾਈਟੋਪਲਾਜ਼ਮ। ਜਦੋਂ ਅਮੀਬਾ ਪੂਰੀ ਤਰ੍ਹਾਂ ਡਿਵੈਲਪ ਹੋ ਜਾਂਦਾ ਹੈ, ਵਿਕਸਿਤ ਹੋ ਜਾਂਦਾ ਜਾਂ ਪੂਰੀ ਤਰ੍ਹਾਂ ਰੱਜ ਜਾਂਦਾ ਹੈ, ਉਦੋਂ ਫਿਰ ਇਹ ਟੁੱਟਣਾ ਸ਼ੁਰੂ ਹੋ ਜਾਂਦਾ ਹੈ। ਸਭ ਤੋਂ ਪਹਿਲਾਂ ਕੀ ਹੁੰਦਾ ਹੈ, ਜੋ ਇਸ ਦਾ ਨਿਊਕਲੀਅਸ ਹੈ, ਜੋ ਕੇਂਦਰਕ ਹੈ, ਉਹ ਦੋ ਭਾਗਾਂ ਦੇ ਵਿੱਚ ਟੁੱਟਦਾ ਹੈ। ਇੱਥੇ ਥੋੜਾ ਜਿਹਾ ਵੰਡਿਆ ਗਿਆ, ਫਿਰ ਥੋੜੇ ਟਾਈਮ ਬਾਅਦ ਥੋੜਾ ਜਿਹਾ ਹੋਰ ਵੰਡਿਆ ਜਾਂਦਾ ਹੈ, ਤੇ ਤੀਜੇ ਸਟੈਪ ਦੇ ਵਿੱਚ ਦੇਖੀਏ ਤਾਂ ਦੋ ਨਿਊਕਲੀਅਸ ਬਣ ਜਾਂਦੇ ਆ। ਪਹਿਲਾਂ ਤਾਂ ਕੇਂਦਰਕ ਅਲੱਗ-ਅਲੱਗ ਹੋ ਗਏ, ਉਸ ਤੋਂ ਬਾਅਦ ਜੋ ਆਹ ਪਾਰਟ ਹੈ ਇਸਨੂੰ ਅਸੀਂ ਬੋਲਦੇ ਹਾਂ ਸਾਈਟੋਪਲਾਜ਼ਮ। ਉਸ ਤੋਂ ਬਾਅਦ ਇਸ ਦਾ ਜੋ ਸਾਈਟੋਪਲਾਜ਼ਮ ਹੈ ਉਹ ਅਲੱਗ-ਅਲੱਗ ਹੁੰਦਾ ਹੈ ਤੇ ਅੰਤ ਦੇ ਵਿੱਚ ਫਾਈਨਲੀ ਦੋ ਨਵੇਂ ਅਮੀਬਾ ਦਾ ਨਿਰਮਾਣ ਹੋ ਜਾਂਦਾ ਹੈ। ਮਤਲਬ ਇੱਕ ਸੈਲੀ ਜੀਵ ਦਾ ਦੋ ਨਵੇਂ ਜੀਵਾਂ ਵਿੱਚ ਖੰਡਨ ਹੋ ਜਾਣਾ, ਉਸ ਨੂੰ ਅਸੀਂ ਕੀ ਬੋਲਦੇ ਹਾਂ? ਦੋ ਖੰਡਨ। ਜੀਵ ਸੈੱਲ ਵਿਭਾਜਨ ਦੁਆਰਾ ਦੋ ਨਵੇਂ ਜੀਵਾਂ ਵਿੱਚ ਵੰਡਿਆ ਜਾਣਾ, ਉਸ ਨੂੰ ਅਸੀਂ ਕਹਿੰਦੇ ਹਾਂ ਦੋ ਖੰਡਨ। ਅਮੀਬਾ ਦੇ ਵਿੱਚ ਦੋ ਖੰਡਨ ਹੁੰਦਾ ਹੈ। ਅਮੀਬਾ ਦੇ ਵਿੱਚ ਜਦੋਂ ਅਮੀਬਾ ਪੂਰੀ ਤਰ੍ਹਾਂ ਰਚ ਜਾਂਦਾ ਹੈ, ਪੂਰੀ ਤਰ੍ਹਾਂ ਵਿਕਸਿਤ ਹੋ ਜਾਂਦਾ ਹੈ, ਤਾਂ ਸਭ ਤੋਂ ਪਹਿਲਾਂ ਜੋ ਉਸਦਾ ਨਿਊਕਲੀਅਸ ਹੈ ਉਹਦਾ ਖੰਡਨ ਹੁੰਦਾ ਹੈ। ਨਿਊਕਲੀਅਸ ਤੋਂ ਬਾਅਦ ਸਾਈਟੋਪਲਾਜ਼ਮ ਦਾ ਖੰਡਨ ਹੁੰਦਾ, ਅੰਤ ਤੇ ਦੋ ਨਵੇਂ ਜੀਵ ਪੈਦਾ ਹੋ ਜਾਂਦੇ ਹੈ। ਇਸ ਤਰ੍ਹਾਂ ਜਿਹੜੇ ਅਮੀਬਾ ਆਪਣੇ ਵਰਗੇ ਨਵੇਂ ਜੀਵ ਪੈਦਾ ਕਰਦਾ ਹੈ, ਜੋ ਪ੍ਰਜਨਨ ਹੈ ਉਹ ਕਰਦਾ ਹੈ। ਅਮੀਬਾ ਤੋਂ ਬਿਨਾਂ ਦੋ ਖੰਡਨ ਹੋਰ ਕਿਹੜੇ-ਕਿਹੜੇ ਸੂਖਮ ਜੀਵਾਂ ਦੇ ਵਿੱਚ ਹੁੰਦਾ ਹੈ? ਉਹਨਾਂ ਦਾ ਨਾਮ ਹੈ ਪੈਰਾਮੀਸੀਅਮ, ਲੈਸ਼ਮਾਨੀਆ, ਪ੍ਰੋਟੋਜੋਆ। ਇਹਨਾਂ ਦੇ ਵਿੱਚ ਵੀ ਜਿਹੜੇ ਨਵੇਂ ਜੀਵ ਪੈਦਾ ਹੁੰਦੇ ਆ, ਪ੍ਰਜਨਨ ਪੈਦਾ ਹੁੰਦਾ ਹੈ, ਉਹ ਦੋ ਖੰਡਨ ਵਿਧੀ ਰਾਹੀਂ ਪੈਦਾ ਹੁੰਦਾ ਹੈ। ਵਿਖੰਡਨ ਦਾ ਜੋ ਸਾਡੇ ਕੋਲ ਦੂਜਾ ਭਾਗ ਹੈ ਉਹ ਹੈ ਬਹੁ ਖੰਡਨ, ਮਲਟੀਪਲ ਫਿਜ਼ਨ। ਨਾਮ ਤੋਂ ਫਿਰ ਬੇਟਾ ਕਲੀਅਰ ਹੈ ਕਿ ਬਹੁ ਦਾ ਮਤਲਬ ਬਹੁਤ ਜ਼ਿਆਦਾ, ਖੰਡਨ ਦਾ ਮਤਲਬ ਟੁੱਟ ਜਾਣਾ। ਮਲਟੀਪਲ ਬਹੁਤ ਜ਼ਿਆਦਾ, ਫਿਜ਼ਨ ਟੁੱਟ ਜਾਣਾ, ਵਿਖੰਡਨ ਹੋ ਜਾਣਾ। ਇਸ ਦੇ ਵਿੱਚ ਕੀ ਹੁੰਦਾ ਹੈ, ਜਿਹੜੇ ਇੱਕ ਸੈਲੀ ਜੀਵ ਨੇ ਉਹਦਾ ਇੱਕ ਸੈੱਲ ਬਹੁਤ ਸਾਰੇ ਭਾਗਾਂ ਦੇ ਵਿੱਚ ਟੁੱਟ ਜਾਂਦਾ ਤੇ ਬਹੁਤ ਸਾਰੇ ਨਵੇਂ ਜੀਵ ਆ ਜਿਹੜੇ ਉਹ ਪੈਦਾ ਹੋ ਜਾਂਦੇ ਆ, ਉਸ ਨੂੰ ਕਹਿੰਦੇ ਆ ਅਸੀਂ ਬਹੁ ਖੰਡਨ। ਇਹਦੇ ਲਈ ਅਸੀਂ ਇੱਕ ਉਦਾਹਰਨ ਲੈਂਦੇ ਹਾਂ, ਪਲਾਜ਼ਮੋਡੀਅਮ ਮਲੇਰੀਆ ਪਰਜੀਵੀ ਹੈ ਜੋ ਇਹ ਸਾਡੇ ਕੋਲ ਪਲਾਜ਼ਮੋਡੀਅਮ ਦੀ ਇੱਕ ਡਾਇਗਰਾਮ ਬਣੀ ਹੋਈ ਹੈ। ਇਹਦੇ ਵਿੱਚ ਜੋ ਸੈਂਟਰ ਦੇ ਵਿੱਚ ਆਹ ਦਿਖਾਇਆ ਮੈਂ, ਇਹ ਪਲਾਜ਼ਮੋਡੀਅਮ ਹੈ। ਜਦੋਂ ਇਸਨੇ ਟੁੱਟਣਾ ਹੁੰਦਾ ਹੈ, ਵਿਖੰਡਿਤ ਹੋਣਾ ਹੁੰਦਾ ਹੈ, ਉਦੋਂ ਇਸ ਦੇ ਆਲੇ ਦੁਆਲੇ ਇੱਕ ਪਰਤ ਬਣ ਜਾਂਦੀ ਹੈ। ਇਹਦੇ ਆਲੇ ਦੁਆਲੇ ਦੇਖੋ ਪਰਤ ਬਣ ਗਈ ਤੇ ਉਸ ਪਰਤ ਦੇ ਅੰਦਰ ਫਿਰ ਕੀ ਹੁੰਦਾ ਹੈ, ਬਹੁਤ ਸਾਰੇ ਭਾਗਾਂ ਦੇ ਵਿੱਚ ਜਿਹੜਾ ਇਹ ਇੱਕ ਸੈਲੀ ਜੀਵ ਹੈ ਇਹ ਟੁੱਟ ਜਾਂਦਾ ਹੈ ਤੇ ਉਸ ਤੋਂ ਬਾਅਦ ਜਦੋਂ ਟੁੱਟ ਕੇ ਪੂਰੀ ਤਰ੍ਹਾਂ ਵਿਕਸਿਤ ਹੋ ਜਾਂਦਾ ਹੈ, ਫਿਰ ਇਹ ਉਸ ਪਰਤ ਤੋਂ ਬਾਹਰ ਆ ਜਾਂਦਾ ਹੈ ਤੇ ਬਹੁਤ ਸਾਰੇ ਨਵੇਂ ਜੀਵ ਨੇ ਜਿਹੜੇ ਉਹ ਪੈਦਾ ਹੋ ਜਾਂਦੇ ਨੇ। ਬਹੁਖੰਡਨ ਜਿਸ ਦੇ ਵਿੱਚ ਇੱਕ ਸੈਲੀ ਜੀਵ ਬਹੁਤ ਸਾਰੇ ਭਾਗਾਂ ਵਿੱਚ ਖੰਡਿਤ ਹੋ ਕੇ ਨਵੇਂ ਬਹੁਤ ਸਾਰੇ ਜੀਵ ਪੈਦਾ ਕਰਦਾ ਹੈ, ਉਸ ਵਿਧੀ ਨੂੰ ਕੀ ਕਹਿੰਦੇ ਆ? ਬਹੁਖੰਡਨ। ਤਾਂ ਵਿਖੰਡਨ ਦੇ ਅੱਗੇ ਦੋ ਭਾਗ ਹੋ ਗਏ, ਦੋ ਖੰਡਨ ਤੇ ਬਹੁਖੰਡਨ। ਅਲਿੰਗੀ ਪ੍ਰਜਨਨ ਦੀ ਸਾਡੇ ਕੋਲ ਜੋ ਦੂਜੀ ਵਿਧੀ ਹੈ ਉਹ ਹੁੰਦਾ ਹੈ ਖੰਡ ਕਰਨਾ, ਫ੍ਰੈਗਮੈਂਟੇਸ਼ਨ। ਇਹ ਕਿਹਦੇ ਵਿੱਚ ਹੁੰਦੀ ਹੈ? ਇਹ ਸਰਲ ਰਚਨਾ ਵਾਲੇ ਬਹੁਤ ਸੈਲੀ ਜੀਵਾਂ ਦੇ ਵਿੱਚ ਹੁੰਦੀ ਹੈ। ਖੰਡ ਕਰਨਾ ਵੀ ਕੀ ਹੁੰਦਾ? ਟੁੱਟਣਾ, ਠੀਕ ਹੈ ਜੀ। ਪਰ ਦੋਵਾਂ ਦੇ ਵਿੱਚ ਡਿਫਰੈਂਸ ਦੇਖਾਂਗੇ ਕੀ ਹੈ।
ਸਰਲ ਰਚਨਾ ਵਾਲੇ ਬਹੁਤ ਸੈਲੀ ਜੀਵ ਟੁੱਟਣ ਤੋਂ ਬਾਅਦ ਨਵਾਂ ਜੀਵ ਵਿਕਸਿਤ ਕਰਦੇ ਹਨ, ਨਵਾਂ ਜੀਵ ਪੈਦਾ ਕਰਦੇ ਹਨ। ਉਸ ਨੂੰ ਅਸੀਂ ਕੀ ਬੋਲਦੇ ਹਾਂ? ਖੰਡ ਕਰਨਾ। ਇਸ ਦੀ ਇੱਕ ਉਦਾਹਰਨ ਲੈਂਦੇ ਹਾਂ। ਆਹ ਜੋ ਮੈਂ ਡਾਇਗ੍ਰਾਮ ਬਣਾਈ ਹੈ, ਇਹ ਸਪੈਰੋਗੈਰਾ, ਇੱਕ ਤਰ੍ਹਾਂ ਦਾ ਪਲਾਂਟ ਹੁੰਦਾ, ਇਹ ਪੌਦਾ ਹੁੰਦਾ ਸਪੈਰੋਗੈਰਾ। ਜਦ ਇਹ ਸਪੈਰੋਗੈਰਾ ਦੋ ਭਾਗਾਂ ਦੇ ਵਿੱਚ ਟੁੱਟ ਜਾਂਦਾ ਹੈ, ਇੱਕ ਆਹ ਭਾਗ ਤੇ ਇੱਕ ਭਾਗ, ਉਸ ਤੋਂ ਬਾਅਦ ਇਹ ਜੋ ਦੋਨੇ ਭਾਗ ਨੇ ਵਿਕਸਿਤ ਹੋ ਕੇ ਡਿਵੈਲਪ ਹੋ ਕੇ ਦੋ ਨਵੇਂ ਸਪੈਰੋਗੈਰਾ ਬਣਾ ਦਿੰਦੇ ਨੇ। ਇਸ ਵਿਧੀ ਨੂੰ ਅਸੀਂ ਕਹਿੰਦੇ ਹਾਂ ਖੰਡ ਕਰਨਾ, ਫਰੈਗਮੈਂਟੇਸ਼ਨ। ਕਲੀਅਰ? ਇਸ ਦੇ ਵਿੱਚ ਇੱਕ ਜੋ ਸਰਲ ਰਚਨਾ ਵਾਲੇ ਬਹੁਤ ਸੈਲੀ ਜੀਵ ਹੈ, ਉਹਦੇ ਵਿੱਚੋਂ ਟੁੱਟਣ ਤੋਂ ਬਾਅਦ ਇੱਕ ਦੋ ਨਵੇਂ ਜੀਵਾਂ ਦੇ ਵਿੱਚ ਵਿਕਸਿਤ ਹੋ ਜਾਂਦੇ ਹਨ। ਉਸ ਨੂੰ ਅਸੀਂ ਕੀ ਬੋਲਦੇ ਹਾਂ? ਖੰਡ ਕਰਨਾ। ਹੁਣ ਤੁਹਾਨੂੰ ਇਹੋ ਜਿਹਾ ਤਾਂ ਨਹੀਂ ਲੱਗਦਾ ਕਿ ਜਿਹੜਾ ਅਸੀਂ ਦੋ ਖੰਡਨ ਪੜ੍ਹਿਆ, ਜਿਹਦੇ ਵਿੱਚ ਅਸੀਂ ਅਮੀਬਾ ਦੀ ਉਦਾਹਰਨ ਲੈਤੀ ਸੀ, ਤੇ ਖੰਡ ਕਰਨਾ ਦੋਨੇ ਇੱਕੋ ਜਿਹੇ? ਨਹੀਂ, ਦੋਵਾਂ ਦੇ ਵਿੱਚ ਡਿਫਰੈਂਸ ਹੈ, ਫਰਕ ਹੈ। ਦੋ ਖੰਡਨ ਅਤੇ ਖੰਡ ਕਰਨਾ ਦੇ ਵਿੱਚ ਫਰਕ ਹੈ। ਸਭ ਤੋਂ ਪਹਿਲਾਂ ਤਾਂ ਇਹੀ ਫਰਕ ਹੈ ਕਿ ਜਿਹੜੀ ਵਿਖੰਡਨ ਵਿਧੀ ਆ ਉਹ ਕਿਹਨਾਂ ਵਿੱਚ ਹੁੰਦੀ ਆ? ਇੱਕ ਸੈਲੀ ਜੀਵਾਂ ਦੇ ਵਿੱਚ ਹੁੰਦੀ ਹੈ। ਅਤੇ ਖੰਡ ਕਰਨਾ ਜੋ ਵਿਧੀ ਹੈ ਸਰਲ ਰਚਨਾ ਵਾਲੇ ਬਹੁਤ ਸੈਲੀ ਜੀਵਾਂ ਦੇ ਵਿੱਚ ਹੁੰਦੀ ਹੈ। ਪਹਿਲਾ ਡਿਫਰੈਂਸ ਹੈ, ਪਹਿਲਾ ਅੰਤਰ ਹੈ। ਦੂਜਾ ਅੰਤਰ ਅਸੀਂ ਜਦੋਂ ਬਹੁ ਖੰਡਨ ਦੇਖਿਆ ਜਾਂ ਦੋ ਖੰਡਨ ਦੇਖਿਆ, ਉਹਦੇ ਵਿੱਚ ਕੀ ਸੀਗਾ? ਜਦੋਂ ਨਵਾਂ ਅਮੀਬਾ ਬਣਦਾ ਸੀ, ਟੁੱਟਣ ਤੋਂ ਬਾਅਦ ਉਹ ਜਦੋਂ ਬਣ ਗਿਆ ਤਾਂ ਕੰਪਲੀਟਲੀ ਇੱਕ ਵਿਕਸਿਤ ਜੀਵ ਹੁੰਦਾ ਸੀ, ਇੱਕ ਪੂਰੀ ਤਰ੍ਹਾਂ ਕੰਪਲੀਟ ਅਮੀਬਾ ਬਣਿਆ ਹੁੰਦਾ ਸੀ। ਪਰੰਤੂ ਖੰਡ ਕਰਨਾ ਦੇ ਵਿੱਚ ਕੀ ਹੁੰਦਾ ਹੈ? ਜਦੋਂ ਇਹ ਟੁੱਟਦਾ ਹੈ, ਕੋਈ ਵੀ ਜੀਵ ਟੁੱਟਦਾ, ਬਹੁਤ ਸੈਲੀ ਜੀਵ ਆ ਜਿਹੜਾ ਟੁੱਟਦਾ ਹੈ, ਉਹ ਟੁੱਟਣ ਤੋਂ ਬਾਅਦ ਪੂਰੀ ਤਰ੍ਹਾਂ ਵਿਕਸਿਤ ਜੀਵ ਨਹੀਂ ਹੁੰਦਾ। ਉਹ ਟੁੱਟਣ ਤੋਂ ਬਾਅਦ ਡਿਵੈਲਪ ਹੁੰਦਾ ਹੈ। ਡਿਵੈਲਪ ਹੋਣ ਤੋਂ ਬਾਅਦ ਜਿਹੜਾ ਨਵਾਂ ਜੀਵ ਆ ਉਹ ਬਣਦਾ ਹੈ। ਕਲੀਅਰ ਹੈ? ਇਹ ਸਾਡੇ ਕੋਲ ਦੋ ਖੰਡਨ ਅਤੇ ਬਹੁ ਖੰਡਨ ਦੇ ਵਿੱਚ ਤੇ ਖੰਡ ਕਰਨਾ ਦੇ ਵਿੱਚ ਅੰਤਰ ਸੀ। ਅਲਿੰਗੀ ਜਨਨ ਦਾ ਵੀ ਸਾਡੇ ਕੋਲ ਜੋ ਅਗਲੀ ਵਿਧੀ ਹੈ ਉਹ ਹੈ ਪੁਨਰ ਜਨਨ, ਰੀਜਨਰੇਸ਼ਨ। ਰੀਜਨਰੇਸ਼ਨ ਇਹ ਵੀ ਬਹੁਤ ਸੈਲੀ ਸਰਲ ਜੀਵਾਂ ਦੇ ਵਿੱਚ ਹੁੰਦੀ ਹੈ। ਇੱਕ ਐਗਜ਼ਾਮਪਲ ਲੈ ਕੇ ਅਸੀਂ ਸਮਝਦੇ ਹਾਂ ਕਿ ਪੁਨਰ ਜਨਨ ਕਿਸ ਤਰ੍ਹਾਂ ਹੁੰਦਾ ਹੈ। ਪਲੇਨੇਰੀਆ ਅਤੇ ਹਾਈਡਰਾ ਦੇ ਵਿੱਚ ਪੁਨਰ ਜਨਨ ਹੁੰਦਾ ਹੈ। ਪੁਨਰ ਜਨਨ ਇੱਕ ਬੜੀ ਇੰਟਰਸਟਿੰਗ, ਬੜੀ ਦਿਲਚਸਪ ਤਰ੍ਹਾਂ ਦਾ ਜੇ ਨਵੇਂ ਜੀਵ ਪੈਦਾ ਕਰਨ ਦੀ ਇੱਕ ਵਿਧੀ ਹੈ, ਜਿਸ ਨਾਲ ਨਵੇਂ ਜੀਵ ਪੈਦਾ ਹੁੰਦੇ ਨੇ। ਇਸ ਦੇ ਵਿੱਚ ਇੱਕ ਪਲੇਨੇਰੀਆ ਸੂਖਮ ਜੀਵ ਹੈ। ਕਿਸੇ ਵੀ ਘਟਨਾ, ਕਿਸੇ ਵੀ ਐਕਸੀਡੈਂਟ ਦੇ ਕਾਰਨ, ਕਿਸੇ ਵੀ ਕਾਰਨ ਇਹ ਵੱਖ-ਵੱਖ ਭਾਗਾਂ ਵਿੱਚ ਟੁੱਟ ਜਾਂਦਾ ਹੈ। ਵੱਖ-ਵੱਖ ਭਾਗਾਂ ਵਿੱਚ ਜੋ ਟੁੱਟ ਗਿਆ, ਦੋ ਭਾਗਾਂ 'ਚ ਟੁੱਟ ਸਕਦਾ, ਤਿੰਨ ਭਾਗਾਂ 'ਚ ਟੁੱਟ ਸਕਦਾ। ਸਪੋਜ਼ ਆ ਪਲੇਨੇਰੀਆ ਇਹ ਕਿਸੇ ਵੀ ਘਟਨਾ ਦੇ ਕਾਰਨ ਤਿੰਨ ਭਾਗਾਂ ਦੇ ਵਿੱਚ ਟੁੱਟ ਗਿਆ। ਟੁੱਟਣ ਤੋਂ ਬਾਅਦ ਹਰੇਕ ਭਾਗ ਇੱਕ ਨਵਾਂ ਜੀਵ ਆ ਜਿਹੜਾ ਉਹ ਪੈਦਾ ਕਰ ਦਿੰਦੇ ਆ। ਇਸ ਨੂੰ ਅਸੀਂ ਕਹਿੰਦੇ ਆ ਪੁਨਰ ਜਨਨ। ਪੁਨਰ ਜਨਨ ਨਾਮ ਤੋਂ ਹੀ ਕਲੀਅਰ ਹੈ ਕਿ ਪੁਨਰ ਜਨਨ, ਦੁਬਾਰੇ ਇੱਕ ਜੀਵ ਤੋਂ ਦੁਬਾਰੇ ਕਈ ਜੀਵਾਂ ਦਾ ਕੀ ਹੋਇਆ? ਜਨਨ ਹੋਇਆ। ਜਦੋਂ ਪਲੇਨੇਰੀਆ ਟੁੱਟ ਗਿਆ, ਉਸ ਤੋਂ ਬਾਅਦ ਇਹ ਤਿੰਨ ਪਾਰਟ 'ਚ ਟੁੱਟ ਗਿਆ। ਹਰੇਕ ਪਾਰਟ, ਆਹ ਪਾਰਟ ਨੇ ਦੇਖੋ ਇਸ ਤਰ੍ਹਾਂ ਫਸਟ ਸਟੈਪ ਦੇ ਵਿੱਚ ਇਸ ਨੇ ਉੱਪਰ ਤੇ ਨੀਚੇ ਦੋਨੇ ਪਾਰਟ ਡਿਵੈਲਪ ਕਰ ਲਏ, ਇਸ ਨੇ ਉੱਪਰਲਾ ਪਾਰਟ ਡਿਵੈਲਪ ਕਰ ਲਿਆ, ਤੇ ਫਾਈਨਲੀ ਤਿੰਨ ਨਵੇਂ ਪਲੇਨੇਰੀਆ ਨੇ ਜਿਹੜੇ ਉਹ ਬਣ ਜਾਂਦੇ ਨੇ। ਸੇਮ ਹਾਈਡਰਾ ਦੇ ਕੇਸ ਦੇ ਵਿੱਚ ਹੁੰਦਾ। ਹਾਈਡਰਾ ਇੱਕ ਬਹੁਤ ਹੀ ਸੂਖਮ ਪਲਾਂਟ ਹੁੰਦਾ, ਪੌਦਾ ਹੁੰਦਾ। ਇਹ ਵੀ ਜਦੋਂ ਵੀ ਕਿਸੇ ਵੀ ਇਨਸੀਡੈਂਟ ਦੇ ਕਾਰਨ, ਘਟਨਾ ਦੇ ਕਾਰਨ ਇਹ ਟੁੱਟ ਗਿਆ, ਤਿੰਨ ਭਾਗਾਂ ਦੇ ਵਿੱਚ ਟੁੱਟ ਗਿਆ, ਤਾਂ ਉਸ ਤੋਂ ਕੀ ਹੈ? ਤਿੰਨ ਨਵੇਂ ਹਾਈਡਰਾ ਨੇ ਜਿਹੜੇ ਉਹ ਪੈਦਾ ਹੋ ਜਾਂਦੇ ਆ, ਵਿਕਸਿਤ ਹੋ ਜਾਂਦੇ ਆ। ਹਰੇਕ ਭਾਗ, ਟੁੱਟਿਆ ਹੋਇਆ ਭਾਗ ਬਾਕੀ ਭਾਗ ਨੂੰ ਕੀ ਕਰ ਲੈਂਦਾ? ਡਿਵੈਲਪ ਕਰ ਲੈਂਦਾ, ਵਿਕਸਿਤ ਕਰ ਲੈਂਦਾ, ਅਤੇ ਨਵੇਂ ਜਿਹੜੇ ਉਹ ਪੈਦਾ ਹੋ ਜਾਂਦੇ ਆ। ਹੁੰਦਾ ਕਿਸ ਤਰ੍ਹਾਂ ਪੁਨਰ ਜਨਨ? ਸਪੋਜ਼ ਆ ਤਿੰਨ ਭਾਗ ਨੇ ਪਲੇਨੇਰੀਆ ਦਾ, ਫਸਟ, ਸੈਕਿੰਡ ਐਂਡ ਥਰਡ। ਇਹਨਾਂ ਦੇ ਵਿੱਚ ਡਿਫਰੈਂਟ ਤਰ੍ਹਾਂ ਦੇ ਸੈੱਲ ਹੁੰਦੇ ਨੇ, ਅਲੱਗ-ਅਲੱਗ ਤਰ੍ਹਾਂ ਦੇ ਸੈੱਲ ਆ ਜਿਹੜੇ ਹੁੰਦੇ ਆ। ਜਦੋਂ ਇਹ ਟੁੱਟ ਗਿਆ, ਜਿਹੜੇ ਇੱਕ ਪਾਰਟ ਹੈ, ਦੋ ਪਾਰਟ ਹੈ, ਤਿੰਨ ਪਾਰਟ ਹੈ ਦੇ ਵਿੱਚ ਟੁੱਟ ਗਿਆ, ਇਸ ਦੇ ਵਿੱਚ ਨਵੇਂ ਸੈੱਲਾਂ ਦਾ ਨਿਰਮਾਣ ਹੁੰਦਾ ਹੈ। ਇਸ ਭਾਗ ਦੇ ਵਿੱਚ ਜਿਹੋ ਜਿਹੇ ਸੈੱਲ ਸੀਗੇ, ਉਹੋ ਜਿਹੇ ਸਿਮਿਲਰ ਨਵੇਂ ਸੈੱਲਾਂ ਦਾ ਨਿਰਮਾਣ ਹੁੰਦਾ ਹੈ। ਉਸ ਤੋਂ ਬਾਅਦ ਉਹ ਸੈੱਲਾਂ ਦਾ ਸਟਰਕਚਰ ਹੈ, ਜਿਹੜੀ ਰਚਨਾ ਉਹ ਬਦਲਦੀ ਹੈ। ਉਸ ਦੀ ਰਚਨਾ ਬਦਲਦੀ ਹੈ, ਇਸ ਭਾਗ ਦੀ ਤਰ੍ਹਾਂ ਤੇ ਇਸ ਭਾਗ ਦੀ ਤਰ੍ਹਾਂ, ਤੇ ਇੱਕ ਨਵਾਂ ਜਿਹੜਾ ਸਾਡੇ ਕੋਲ ਪਲੇਨੇਰੀਆ ਉਹ ਤਿਆਰ ਹੋ ਜਾਂਦਾ। ਸਿਮਿਲਰ ਵੇ ਇਹਨਾਂ ਦੋਨੇ ਤਰੀਕੇ ਦੇ ਵਿੱਚ ਹੁੰਦਾ ਹੈ। ਇੱਥੇ ਸੈੱਲ, ਨਵੇਂ ਸੈੱਲ ਬਣਦੇ ਨੇ ਤੇ ਉਹਨਾਂ ਦਾ ਸਟਰਕਚਰ ਚੇਂਜ ਹੁੰਦਾ ਹੈ,
ਅੱਧਾ ਸਟਰਕਚਰ ਉੱਪਰਲੇ ਦੇ ਅਕੋਰਡਿੰਗ ਚੇਂਜ ਹੋਊ, ਅੱਧਾ ਨੀਚੇ ਦੇ ਅਕੋਰਡਿੰਗ ਤੱਕ ਨਵਾਂ ਪਲੇਨੇਰੀਆ ਬਣ ਜਾਏਗਾ। ਇਸ ਤਰ੍ਹਾਂ ਜਿਹੜਾ ਸਾਡੇ ਕੋਲ ਇਹ ਪੁਨਰ ਜਨਨ ਹੈ ਜਿਹੜਾ ਇਹ ਹੁੰਦਾ ਹੈ, ਜਿਹੜੀ ਕਿ ਅਲਿੰਗੀ ਪ੍ਰਜਨਨ ਦੀ ਵਿਧੀ ਹੈ। ਅਸਲ ਦੇ ਵਿੱਚ ਜਿਹੜਾ ਪੁਨਰ ਜਨਨ ਹੈ ਇਹ ਪ੍ਰਜਨਨ ਨਹੀਂ ਕਿਹਾ ਜਾ ਸਕਦਾ, ਇਹ ਪ੍ਰਜਨਨ ਨਹੀਂ ਹੈ। ਇਹ ਇੰਸੀਡੈਂਟਲੀ ਕੀ ਹੋਇਆ, ਕਿਸੇ ਘਟਨਾ ਵਸ ਟੁੱਟ ਗਿਆ। ਜੇ ਨਾ ਟੁੱਟੇ ਪਲੇਨੇਰੀਆ ਜਾਂ ਹਾਈਡਰਾ ਟੁੱਟਿਆ ਨਹੀਂ, ਠੀਕ ਹੈ, ਇਹਦਾ ਮਤਲਬ ਫਿਰ ਨਵਾਂ ਹਾਈਡਰਾ ਪੈਦਾ ਹੀ ਨਹੀਂ ਹੋਣਾ। ਇਸ ਵਰਲਡ ਦੇ ਵਿੱਚੋਂ ਹਾਈਡਰਾ ਕੀ ਹੈ, ਖਤਮ ਹੋ ਜਾਣਗੇ ਨਹੀਂ। ਇਸ ਲਈ ਇਹਨੂੰ ਕਹਿ ਸਕਦੇ ਪ੍ਰਜਨਨ ਦੀ ਵਿਧੀ ਨਹੀਂ, ਪ੍ਰਜਨਨ ਹੁੰਦਾ ਹੈ ਉਹ ਹੋਰ ਤਰੀਕਾ ਹੈ ਜਿਸ ਦੇ ਨਾਲ ਹਾਈਡਰਾ ਦਾ ਪ੍ਰਜਨਨ ਹੁੰਦਾ, ਉਹ ਹੋਰ ਵਿਧੀ ਹੈ। ਪੁਨਰ ਜਨਨ ਦੇ ਰਾਹੀਂ ਨਵੇਂ ਜੀਵ ਪੈਦਾ ਹੁੰਦੇ ਨੇ, ਠੀਕ ਹੈ, ਜਿਸ ਦੇ ਵਿੱਚ ਜਦੋਂ ਜੀਵ ਟੁੱਟ ਜਾਂਦਾ ਹੈ ਤਾਂ ਉਹਦਾ ਹਰੇਕ ਭਾਗ ਇੱਕ ਨਵਾਂ ਜੀਵ ਪੈਦਾ ਕਰ ਦਿੰਦਾ ਹੈ, ਉਸ ਨੂੰ ਅਸੀਂ ਪੁਨਰ ਜਨਨ ਕਹਿੰਦੇ ਹਾਂ। ਪਰੰਤੂ ਇਹ ਪ੍ਰਜਨਨ ਦਾ ਭਾਗ ਨਹੀਂ। ਸਾਡੇ ਕੋਲ ਅਗਲੀ ਵਿਧੀ ਹੈ ਅਲਿੰਗੀ ਪ੍ਰਜਨਨ ਦੀ, ਬਰਡਿੰਗ, ਜਿਸ ਦੇ ਵਿੱਚ ਹਾਈਡਰਾ ਜੋ ਅਸੀਂ ਪਹਿਲਾਂ ਪੜ੍ਹਿਆ ਸੀ ਤੇ ਜੀਸਟ, ਹਾਈਡਰਾ ਅਤੇ ਜੀਸਟ ਨੇ ਜਿਹੜੇ ਉਹ ਦੇ ਵਿੱਚ ਬਡਿੰਗ ਹੁੰਦੀ ਹੈ। ਬਡਿੰਗ ਕੀ ਹੁੰਦੀ ਹੈ, ਇਹ ਹਾਈਡਰਾ ਹੈ, ਹਾਈਡਰਾ ਦੇ ਕਿਸੇ ਵੀ ਭਾਗ ਦੇ ਵਿੱਚ, ਇਹ ਹਾਈਡਰਾ ਦੀਆਂ ਟਹਿਣੀਆਂ ਹੁੰਦੀਆਂ ਨੇ ਜਿਸ ਨੂੰ ਅਸੀਂ ਟਹਣ ਬੋਲਦੇ ਹਾਂ, ਠੀਕ ਹੈ ਜੀ। ਕਿਸੇ ਵੀ ਭਾਗ ਦੇ ਵਿੱਚ ਸੈੱਲ ਡਿਵੈਲਪ ਹੁੰਦੇ ਨੇ, ਨਵੇਂ ਸੈੱਲਾਂ ਦਾ ਨਿਰਮਾਣ ਹੁੰਦਾ ਹੈ ਤੇ ਇੱਕ ਇਸ ਤਰ੍ਹਾਂ ਦਾ ਹਾਈਡਰਾ ਸਾਈਡ ਤੋਂ ਨਿਕਲ ਜਾਂਦਾ, ਜਿਸ ਤੋਂ ਜੋ ਵੱਧਦਾ ਹੈ ਤਾਂ ਇਸ ਤਰ੍ਹਾਂ ਨਜ਼ਰ ਆਉਂਦਾ, ਜਿਸ ਨੂੰ ਅਸੀਂ ਬਡ ਬੋਲਦੇ ਹਾਂ, ਠੀਕ ਹੈ ਜੀ। ਹਾਈਡਰਾ ਦੇ ਇਸ ਭਾਗ ਨੂੰ ਕੀ ਬੋਲਦੇ ਹਾਂ, ਬਡ, ਤੇ ਇਸ ਭਾਗ ਨੂੰ ਕੀ ਬੋਲਦੇ ਹਾਂ, ਟਹਿਣ। ਇਹ ਫਿਰ ਅੱਗੇ ਵੱਧਦਾ ਹੈ, ਵੱਧ ਕੇ ਪੂਰੀ ਤਰ੍ਹਾਂ ਇੱਕ ਨਵਾਂ ਹਾਈਡਰਾ ਵਿਕਸਿਤ ਹੋ ਜਾਂਦਾ ਹੈ। ਜਦੋਂ ਪੂਰੀ ਤਰ੍ਹਾਂ ਨਵਾਂ ਹਾਈਡਰਾ ਵਿਕਸਿਤ ਹੋ ਜਾਂਦਾ ਹੈ ਤਾਂ ਇੱਥੋਂ ਇਹ ਟੁੱਟ ਕੇ ਅਲੱਗ ਹੋ ਜਾਂਦਾ ਹੈ। ਇੱਕ ਹਾਈਡਰਾ ਕੋਲ ਸਾਡੇ ਕੋਲ ਪਹਿਲਾਂ ਸੀ ਤਾਂ ਉੱਤੇ ਇੱਕ ਨਵਾਂ ਹਾਈਡਰਾ ਤਿਆਰ ਹੋ ਗਿਆ। ਇਸ ਵਿਧੀ ਨੂੰ ਕੀ ਕਹਿੰਦੇ ਅਸੀਂ, ਬਡਿੰਗ ਵਿਧੀ। ਬਡਿੰਗ ਵਿਧੀ ਉਹ ਹੁੰਦੀ ਹੈ ਜਿਸ ਦੇ ਵਿੱਚ ਜੀਵ ਦੇ ਕਿਸੇ ਵੀ ਪਾਰਟ ਤੇ ਇੱਕ ਬਡ ਪੈਦਾ ਹੋ ਜਾਂਦਾ ਤੇ ਬਾਅਦ ਵਿੱਚ ਉਹ ਬਡ ਉਸ ਜੀਵ ਦੇ ਰੂਪ ਚ ਵਿਕਸਿਤ ਹੋ ਜਾਂਦਾ ਤੇ ਉਸ ਤੋਂ ਅਲੱਗ ਹੋ ਜਾਂਦਾ ਹੈ। ਇਸ ਵਿਧੀ ਨੂੰ ਕਹਿੰਦੇ ਆ ਬਡਿੰਗ। ਸਿਮਿਲਰਲੀ ਜੀਸਟ ਦੇ ਵਿੱਚ ਹੁੰਦਾ ਹੈ, ਮੈਂ ਤੁਹਾਨੂੰ ਸ਼ੋਅ ਕਰਦਾ ਜੀਸਟ ਦੇ ਵਿੱਚ ਕਿਸ ਤਰ੍ਹਾਂ ਹੁੰਦਾ ਹੈ। ਸਪੋਜ਼ ਆ ਸਾਡੇ ਕੋਲ ਜੀਸਟ ਹੈ, ਲੈਬ ਦੇ ਵਿੱਚ ਅਸੀਂ ਪ੍ਰਯੋਗ ਕਰਦੇ ਹਾਂ, ਮਾਈਕਰੋਸਕੋਪ ਨਾਲ ਜੀਸਟ ਨੂੰ ਦੇਖਦੇ ਹਾਂ। ਜੀਸਟ ਦੇ ਵਿੱਚ ਵੀ ਕੀ ਹੁੰਦਾ, ਸਾਈਡ ਤੇ ਇੱਕ ਪਹਿਲਾਂ ਬਡ ਪੈਦਾ ਹੁੰਦਾ ਜਿਸ ਤਰ੍ਹਾਂ ਚ ਬਡਿੰਗ, ਤੇ ਉਸ ਤੋਂ ਬਾਅਦ ਕੀ ਹੈ, ਨਵਾਂ ਜਿਹੜਾ ਜੀਸਟ ਆ ਉਹ ਪੈਦਾ ਹੋ ਜਾਂਦਾ ਹੈ, ਠੀਕ ਹੈ ਜੀ। ਇਸ ਤਰ੍ਹਾਂ ਬਡਿੰਗ, ਹਾਈਡਰਾ ਅਤੇ ਜੀਸਟ, ਹਾਈਡਰਾ ਅਤੇ ਜੀਸਟ ਦੋਨਾਂ ਦੇ ਵਿੱਚ ਬਡਿੰਗ ਵਿਧੀ ਰਾਹੀਂ ਜਿਹੜੀ ਕੀ ਹੈ ਪੈਦਾ ਹੁੰਦਾ ਸਾਡੇ ਕੋਲੇ ਨਵੇਂ ਜੀਵ ਜਿਹੜੇ ਉਹ ਪੈਦਾ ਹੁੰਦੇ ਆ। ਪੁਨਰ ਜਨਨ ਦੀ ਜਿਹੜੀ ਗੱਲ ਕਰੀਏ ਅਸੀਂ, ਪੁਨਰ ਜਨਨ ਜਿਸ ਦੇ ਵਿੱਚ ਇੱਕ ਜੀਵ ਟੁੱਟ ਜਾਂਦਾ ਹੈ ਅਤੇ ਨਵੇਂ ਜੀਵ ਪੈਦਾ ਹੁੰਦੇ ਆ, ਉਹ ਸਿਰਫ ਬਹੁਤ ਸੈਲੀ ਸਰਲ ਜੀਵਾਂ ਦੇ ਵਿੱਚ ਪੈਦਾ ਹੁੰਦੇ ਆ। ਉਹ ਜੀਵ ਜਿਨ੍ਹਾਂ ਦੀ ਰਚਨਾ ਜਟਿਲ ਹੈ, ਜਟਿਲ ਰਚਨਾ ਵਾਲੇ ਜੀਵ ਨੇ, ਉਹਨਾਂ ਦੇ ਵਿੱਚ ਜਿਹੜਾ ਪੁਨਰ ਜਨਨ ਆ ਉਹ ਨਹੀਂ ਹੁੰਦਾ। ਉਦਾਹਰਨ ਦੇ ਤੌਰ ਤੇ ਇੱਕ ਡੌਗ ਹੈ, ਕੁੱਤਾ, ਉਹ ਵਿਚਾਲੋਂ ਕੱਟਦੀ ਹੈ ਉਹਦੇ ਪੇਟ ਕੋਲੋਂ, ਕੀ ਦੋਨੇ ਭਾਗ ਇੱਕ ਦੋ ਨਵੇਂ ਡੌਗ ਬਣ ਜਾਣਗੇ? ਨਹੀਂ ਬਣਨਗੇ। ਕਹਿੰਦਾ ਭਾਵ ਜਿਹੜਾ ਪੁਨਰ ਜਨਨ ਹੈ ਉਹ ਜਟਿਲ ਰਚਨਾ ਵਾਲੇ ਜੀਵਾਂ ਵਿੱਚ ਪੈਦਾ ਨਹੀਂ ਹੁੰਦਾ। ਕਿਉਂ? ਕਿਉਂਕਿ ਜਿਹੜੇ ਜਟਿਲ ਰਚਨਾ ਵਾਲੇ ਜੀਵ ਹੁੰਦਾ, ਸੈੱਲ ਹੁੰਦੇ ਆ, ਸੈੱਲਾਂ ਤੋਂ ਮਿਲ ਕੇ ਟਿਸ਼ੂ ਬਣੇ ਹੁੰਦੇ ਆ, ਟਿਸ਼ੂਆਂ ਤੋਂ ਮਿਲ ਕੇ ਆਰਗਨਸ ਬਣੇ ਹੁੰਦੇ ਆ, ਜਿਵੇਂ ਹਾਰਟ ਹੋ ਗਿਆ, ਬ੍ਰੇਨ ਹੋ ਗਿਆ, ਠੀਕ ਹੈ ਜੀ, ਇਹ ਬਣੇ ਹੁੰਦੇ ਨੇਗੇ। ਜਿਹੜੇ ਬ੍ਰੇਨ ਦੇ ਸੈੱਲ ਨੇ ਉਹ ਅਲੱਗ ਹੁੰਦੇ ਨੇ। ਉਹ ਜੇ ਅਸੀਂ ਡੌਗ ਨੂੰ ਵਿਚਾਲੋਂ ਕੱਟ ਦਈਏ, ਉਹਦਾ ਜਿਹੜਾ ਸਿਰ ਵਾਲੇ ਪਾਸੇ ਬ੍ਰੇਨ ਹੋਊਗਾ ਤੇ ਜਿਹੜਾ ਉਹਦੀ ਪੂੰਛ ਵਾਲੇ ਪਾਸੇ ਕੋਈ ਵੀ ਸੈੱਲ ਇਹੋ ਜਿਹੇ ਨਹੀਂ ਹੈਗੇ ਜਿਹੜੇ ਕਿ ਆਪਦਾ ਰਚਨਾ ਬਦਲ ਕੇ ਕੀ ਕਰ ਸਕਣ, ਬ੍ਰੇਨ ਡਿਵੈਲਪ ਕਰ ਸਕਣ। ਇਸ ਕਰਕੇ ਪੁਨਰ ਜਨਨ ਜਟਿਲ ਰਚਨਾ ਵਾਲੇ ਜੀਵਾਂ ਵਿੱਚ ਨਹੀਂ ਹੁੰਦਾ। ਸਰਲ ਰਚਨਾ ਵਾਲੇ ਜੀਵ ਨੇ, ਜਿਵੇਂ ਅਸੀਂ ਪੜ੍ਹਿਆਗਾ ਹਾਈਡਰਾ ਦੇ ਵਿੱਚ, ਤੇ ਇਹ ਹੁੰਦਾ ਗਾ। ਇਸ ਦੇ ਵਿੱਚ ਕੀ ਹੁੰਦਾ, ਜਦੋਂ ਜੀਵ ਟੁੱਟ ਜਾਂਦਾ ਤਾਂ ਉਸ ਦੇ ਵਿੱਚੋਂ ਕੀ ਹੈ, ਉਹ ਟੁੱਟੇ ਹੋਏ ਭਾਗ ਵਿਕਸਿਤ ਹੋ ਕੇ ਇੱਕ ਨਵਾਂ ਜੀਵ ਆ ਜਿਹੜਾ ਉਹ ਪੈਦਾ ਹੋ ਜਾਂਦਾ ਹੈ। ਪਿਆਰੇ ਵਿਦਿਆਰਥੀਓ, ਜੋ ਅੱਜ ਅਸੀਂ ਪੜ੍ਹਿਆ ਉਸ ਦਾ ਅਸੀਂ ਰੀਕੈਪ ਦੇਖਦੇ ਹਾਂ, ਦੁਹਰਾਈ ਕਰਦੇ ਹਾਂ। ਅਸੀਂ ਅੱਜ ਪੜ੍ਹ ਰਹੇ ਸੀ ਇਕੱਲੇ ਜੀਵਾਂ ਵਿੱਚ ਪ੍ਰਜਨਨ ਦੀਆਂ ਵਿਧੀਆਂ। ਸਿੰਗਲ ਆਰਗੇਨਿਜ਼ਮ ਨੇ, ਜੋ ਇਕੱਲਾ ਜੀਵ
ਪ੍ਰਜਨਨ ਕਰ ਸਕਦਾ ਹੈ, ਆਪਣੇ ਵਰਗੇ ਜੀਵ ਪੈਦਾ ਕਰ ਸਕਦਾ ਹੈ, ਉਹ ਵਿਧੀਆਂ ਕਿਹੜੀਆਂ-ਕਿਹੜੀਆਂ ਨੇ। ਅਸੀਂ ਸਭ ਤੋਂ ਪਹਿਲਾਂ ਦੇਖਿਆ ਸੀ ਪ੍ਰਜਨਨ ਕੀ ਹੁੰਦਾ ਹੈ। ਆਪਣੇ ਵਰਗੇ ਜੀਵ ਪੈਦਾ ਕਰਨਾ। ਹਰ ਇੱਕ ਜੀਵ ਇਸ ਦੁਨੀਆ ਦੇ ਵਿੱਚ ਆਪਣੇ ਵਰਗੇ ਜੀਵ ਪੈਦਾ ਕਰਦਾ, ਜਿਸ ਦੇ ਨਾਲ ਪੀੜ੍ਹੀ ਦਰ ਪੀੜ੍ਹੀ ਜਿਹੜੇ ਕੀ ਆ ਅੱਗੇ ਜਿਹੜਾ ਸੰਸਾਰ ਆ ਉਹ ਚੱਲਦਾ ਹੈ। ਆਪਣੇ ਵਰਗੇ ਜੀਵ ਪੈਦਾ ਕਰਨ ਦੀ ਵਿਧੀ ਨੂੰ ਪ੍ਰਜਨਨ ਵਿਧੀ ਕਹਿੰਦੇ ਨੇ। ਠੀਕ ਹੈ, ਪ੍ਰਜਨਨ ਦੇ ਵਿੱਚ ਅਸੀਂ ਦੇਖਿਆ ਸੀ ਕਿ ਮਨੁੱਖ, ਜੀਵ ਜੰਤੂ, ਪਸ਼ੂ ਪੰਛੀ, ਜਾਨਵਰ, ਛੋਟੇ ਛੋਟੇ ਸੂਖਮ ਜੀਵ ਵੀ ਆਪਣੇ ਵਰਗੇ ਜੀਵ ਆ ਜਿਹੜੇ ਪੈਦਾ ਕਰਦੇ ਨੇ। ਪ੍ਰਜਨਨ ਅਸੀਂ ਅੱਦੋਆ ਦੇਖਿਆ ਸੀ ਕਿ ਦੋ ਤਰ੍ਹਾਂ ਦਾ ਹੁੰਦਾ, ਅਲਿੰਗੀ ਪ੍ਰਜਨਨ ਤੇ ਲਿੰਗੀ ਪ੍ਰਜਨਨ। ਅਲਿੰਗੀ ਜਨਨ ਕੀ ਹੁੰਦਾ ਹੈ? ਜਿਸ ਦੇ ਵਿੱਚ ਨਵਾਂ ਜੀਵ ਪੈਦਾ ਕਰਨ ਦੇ ਲਈ ਨਰ ਅਤੇ ਮਾਦਾ ਦੋਵਾਂ ਦੀ ਜ਼ਰੂਰਤ ਨਹੀਂ ਹੁੰਦੀ। ਇਕੱਲਾ ਜੀਵ ਹੀ ਨਵੇਂ ਜੀਵ ਪੈਦਾ ਕਰ ਸਕਦਾ ਹੈ। ਅੱਜ ਅਸੀਂ ਇਹੀ ਪੜ੍ਹਨਾ ਸੀ, ਅਲਿੰਗੀ ਜਨਨ ਮਤਲਬ ਇਕੱਲੇ ਜੀਵਾਂ ਵਿੱਚ ਪ੍ਰਜਨਨ ਦੀਆਂ ਵਿਧੀਆਂ। ਠੀਕ ਹੈ ਜੀ, ਇਕੱਲਾ ਨਰ ਵੀ ਤੇ ਇਕੱਲਾ ਮਾਦਾ ਵੀ ਨਵੇਂ ਜੀਵ ਪੈਦਾ ਕਰ ਸਕਦਾ ਹੈ, ਦੋਵਾਂ ਦੀ ਜ਼ਰੂਰਤ ਨਹੀਂ ਹੁੰਦੀ। ਜਿਸ ਤਰ੍ਹਾਂ ਅਸੀਂ ਅੱਜ ਪੜ੍ਹਿਆ ਕਿੱਥੇ ਇਹ ਹੁੰਦਾ ਹੈ। ਲਿੰਗੀ ਜਨਨ ਉਹ ਜਿਸ ਦੇ ਵਿੱਚ ਨਵੇਂ ਜੀਵ ਪੈਦਾ ਕਰਨ ਲਈ, ਸੰਤਾਨ ਪੈਦਾ ਕਰਨ ਦੇ ਲਈ ਨਰ ਅਤੇ ਮਾਦਾ ਦੋਵੇਂ ਮਿਲ ਕੇ ਨਵਾਂ ਜੀਵ ਪੈਦਾ ਹੁੰਦਾ ਹੈ। ਨਰ ਅਤੇ ਮਾਦਾ ਦੋਨਾਂ ਦੀ ਜ਼ਰੂਰਤ ਹੁੰਦੀ ਹੈ। ਬੜੀ ਸਿੰਪਲ ਜੀ ਐਗਜ਼ਾਮਪਲ, ਮਨੁੱਖਾਂ ਦੇ ਵਿੱਚ ਇੱਕ ਇਸਤਰੀ ਤੇ ਪੁਰਸ਼, ਇੱਕ ਨਵੀਂ ਸੰਤਾਨ ਪੈਦਾ ਕਰਨ ਲਈ ਇਸਤਰੀ ਤੇ ਪੁਰਸ਼ ਦੋਵਾਂ ਦੀ ਜ਼ਰੂਰਤ ਹੁੰਦੀ ਹੈ। ਮਤਲਬ ਉੱਥੇ ਕਿਹੜਾ ਜਨਨ ਹੁੰਦਾ ਹੈ? ਲਿੰਗੀ ਜਨਨ। ਅਲਿੰਗੀ ਜਨਨ ਦੀਆਂ ਕੁੱਲ 5 ਵਿਧੀਆਂ ਨੇ, ਜਿਨ੍ਹਾਂ ਦੇ ਵਿੱਚ ਜੋ ਅਸੀਂ ਅੱਜ ਵਿਧੀਆਂ ਪੜ੍ਹੀਆਂ ਕਿਹੜੀਆਂ-ਕਿਹੜੀਆਂ ਸੀ। ਸਭ ਤੋਂ ਪਹਿਲਾਂ ਅਸੀਂ ਪੜ੍ਹਿਆ ਵਿਖੰਡਨ। ਵਿਖੰਡਨ ਕੀ ਹੁੰਦਾ ਸੀਗਾ? ਇਹਦੀ ਅਸੀਂ ਐਗਜ਼ਾਮਪਲ ਲੈਤੀ ਸੀ। ਵਿਖੰਡਨ ਸੀ ਟੁੱਟਣਾ। ਜਦੋਂ ਇੱਕ ਜੀਵ, ਠੀਕ ਹੈ, ਇੱਕ ਜੀਵ, ਇਹ ਇੱਕ ਸੈਲੀ ਜੀਵਾਂ ਦੇ ਵਿੱਚ ਹੁੰਦਾ ਵਿਖੰਡਨ। ਇੱਕ ਸੈਲੀ ਜੀਵਾਂ ਦੇ ਵਿੱਚ ਹੁੰਦਾ। ਇੱਕ ਸੈਲੀ ਜੀਵ ਟੁੱਟ ਕੇ ਨਵੇਂ ਜੀਵਾਂ ਦਾ ਨਿਰਮਾਣ ਕਰਦੇ ਨੇ, ਉਸ ਨੂੰ ਕਹਿੰਦੇ ਹੈਗੇ ਵਿਖੰਡਨ। ਨਵੇਂ ਜੀਵ ਪੈਦਾ ਕਰਦੇ ਆ, ਉਸ ਨੂੰ ਕਹਿੰਦੇ ਸੀ ਵਿਖੰਡਨ। ਵਿਖੰਡਨ ਅੱਗੇ ਦੋ ਤਰ੍ਹਾਂ ਦਾ ਸੀ, ਦੋ ਖੰਡਨ ਅਤੇ ਬਹੁ ਖੰਡਨ। ਨਾਂ ਤੋਂ ਹੀ ਕਲੀਅਰ ਹੈ। ਦੋ ਖੰਡਨ ਦੇ ਵਿੱਚ ਅਸੀਂ ਉਦਾਹਰਨ ਲੈਤੀ ਸੀ ਅਮੀਬਾ ਦੀ। ਠੀਕ ਹੈ ਜੀ, ਜਿਸ ਦੇ ਵਿੱਚ ਇੱਕ ਅਮੀਬਾ ਜਦੋਂ ਰੱਜ ਜਾਂਦਾ ਹੈ, ਮਤਲਬ ਵਿਕਸਿਤ ਹੋ ਜਾਂਦਾ, ਉਸ ਤੋਂ ਬਾਅਦ ਉਹ ਟੁੱਟ ਕੇ ਦੋ ਨਵੇਂ ਅਮੀਬਾ ਦਾ ਨਿਰਮਾਣ ਕਰਦਾ ਹੈ। ਮਤਲਬ ਦੋ ਨਵੇਂ ਸੰਤਾਨ ਪੈਦਾ ਹੋ ਜਾਂਦੀਆਂ ਨੇ। ਇੱਕ ਅਮੀਬਾ ਸੀਗਾ, ਠੀਕ ਹੈ, ਜੋ ਪੈਟਰਨਲ ਬੋਲਦੀ ਹੈ, ਪਿਤਾ, ਹਨਾ, ਤੇ ਉਸ ਤੋਂ ਬਾਅਦ ਦੋ ਨਵੇਂ ਅਮੀਬਾ, ਤਿੰਨ ਬਣ ਗਏ। ਮਤਲਬ ਇੱਕ ਅਮੀਬਾ ਟੁੱਟ ਕੇ ਦੋ ਖੰਡਨ, ਦੋ ਭਾਗਾਂ ਟੁੱਟ ਕੇ ਇੱਕ ਨਵਾਂ ਅਮੀਬੇ ਦਾ ਨਿਰਮਾਣ ਜਿਹੜਾ ਉਹ ਕਰਦਾ ਹੈ। ਦੋ ਖੰਡਨ ਵਿਧੀ ਕਿਹੜੇ-ਕਿਹੜੇ ਸੂਖਮ ਜੀਵਾਂ ਵਿੱਚ ਹੁੰਦੀ ਹੈ? ਅਮੀਬਾ ਅਤੇ ਲੇਸਮਾਨੀਆ। ਲੇਸਮਾਨੀਆ ਅਤੇ ਅਮੀਬਾ ਦੇ ਵਿੱਚ ਦੋ ਖੰਡਨ ਵਿਧੀ ਰਾਹੀਂ ਜਨਨ ਹੁੰਦਾ ਹੈ। ਇਹਦੇ ਵਿੱਚ ਅਸੀਂ ਦੂਜਾ ਹੀ ਪੜ੍ਹਿਆ ਸੀ ਬਹੁ ਖੰਡਨ। ਬਹੁ ਖੰਡਨ ਦੇ ਵਿੱਚ ਕੀ ਸੀ ਸਾਡੇ ਕੋਲ? ਜੋ ਬਹੁ ਖੰਡਨ ਵਿਧੀ ਆ, ਉਹਦੇ ਵਿੱਚ ਕੀ ਸੀ? ਨਾਮ ਤੋਂ ਕਲੀਅਰ ਕਿ ਬਹੁਤੇ ਭਾਗਾਂ ਵਿੱਚ ਟੁੱਟ ਜਾਣਾ। ਮਤਲਬ ਇੱਕ ਜੀਵ ਤੋਂ ਕਾਫੀ ਸਾਰੇ ਜੀਵ ਆ ਜਿਹੜੇ ਉਹ ਪੈਦਾ ਹੋ ਜਾਂਦੇ ਆ। ਮਲੇਰੀਆ ਪਰਜੀਵੀ, ਜਿਸ ਨਾਲ ਮਲੇਰੀਆ ਫੈਲਦਾ, ਮਲੇਰੀਆ ਪਰਜੀਵੀ ਆ, ਜਿਹਦਾ ਨਾਮ ਆ ਪਲਾਜ਼ਮੋਡੀਅਮ, ਉਸ ਦੇ ਵਿੱਚ ਇਸ ਵਿਧੀ ਰਾਹੀਂ ਜਿਹੜੇ ਨਵੇਂ ਜੀਵ ਨੇ ਉਹ ਪੈਦਾ ਹੁੰਦੇ ਹਨ। ਬਹੁ ਖੰਡਨ ਵਿਧੀ ਪਲਾਜ਼ਮੋਡੀਅਮ ਵਿੱਚ ਹੁੰਦੀ ਹੈ, ਜਿਹਦਾ ਇੱਕ ਜੀਵ ਕਾਫੀ ਭਾਗਾਂ 'ਚ ਟੁੱਟ ਕੇ ਕਾਫੀ ਜ਼ਿਆਦਾ ਜੀਵ ਪੈਦਾ ਕਰਦਾ ਹੈ। ਅਸੀਂ ਪੜ੍ਹਿਆ ਸੀ ਪੁਨਰ ਜਨਨ। ਪੁਨਰ ਜਨਨ ਦੇ ਵਿੱਚ ਕੀ ਸੀਗਾ? ਐਕਸੀਡੈਂਟਲੀ ਕੋਈ ਜੀਵ ਆ ਟੁੱਟ ਗਿਆ। ਠੀਕ ਹੈ ਜੀ, ਪੁਨਰ ਜਨਨ ਦੇ ਵਿੱਚ ਮਿਸ ਹੋ ਗਿਆ, ਖੰਡ ਕਰਨਾ ਪੜਿਆ ਸੀ। ਖੰਡ ਕਰਨਾ ਕੀ ਸੀ? ਸਪਾਇਰੋਗਾਇਰਾ। ਸਪਾਇਰੋਗਾਇਰਾ ਦੇ ਇੱਕ ਪਲਾਂਟ ਆ ਜਿਸ ਦੇ ਵਿੱਚ ਖੰਡ ਕਰਨਾ ਜਿਹੜਾ ਉਹ ਹੁੰਦਾ। ਇਸ ਦੇ ਵਿੱਚ ਕੀ ਹੁੰਦਾ ਹੈ ਕਿ ਇੱਕ ਸਪਾਇਰੋਗਾਇਰਾ ਦੋ ਭਾਗਾਂ ਟੁੱਟ ਜਾਂਦਾ ਤੇ ਦੋਨੇ ਭਾਗ ਅਲੱਗ-ਅਲੱਗ ਵਿਕਸਿਤ ਹੋ ਕੇ ਨਵਾਂ ਜੀਵ ਬਣਾ ਦਿੰਦੇ ਆ। ਪੁਨਰ ਜਨਨ ਦੇ ਵਿੱਚ ਅਸੀਂ ਪੜਿਆ ਸੀ ਪਲੇਨੇਰੀਆ ਤੇ ਹਾਈਡਰਾ ਦੇ ਵਿੱਚ ਹੁੰਦਾ, ਜਿਹਦੇ ਨਾਲ ਇਨਸੀਡੈਂਟਲੀ ਕਿਸੇ ਵੀ ਘਟਨਾ ਦੇ ਕਾਰਨ ਜੀਵ ਟੁੱਟ ਗਿਆ, ਤਿੰਨ ਭਾਗਾਂ ਟੁੱਟ ਗਿਆ, ਤਿੰਨੇ ਭਾਗ ਇੱਕ ਨਵੇਂ ਜੀਵ ਦਾ ਨਿਰਮਾਣ ਕਰ ਦਿੰਦੇ ਨੇ, ਪਰੰਤੂ ਇਹ ਪ੍ਰਜਨਨ ਦਾ ਭਾਗ ਨਹੀਂ ਹੈ। ਠੀਕ ਹੈ ਬੇਟਾ। ਇਸ ਤੋਂ ਬਿਨਾਂ ਅਸੀਂ ਹੋਰ ਕੀ ਪੜ੍ਹਿਆ ਸੀਗਾ? ਬਡਿੰਗ ਕਿਹਦੇ ਵਿੱਚ ਹੁੰਦੀ ਹੈ? ਹਾਈਡਰਾ ਦੇ ਵਿੱਚ ਤੇ ਜੀਸਟ ਦੇ ਵਿੱਚ। ਇਸ ਦੇ ਵਿੱਚ ਕੀ ਪੜ੍ਹਿਆ ਸੀ? ਇੱਕ ਜੀਵ ਦੇ ਅੰਦਰ ਹੀ ਇੱਕ ਕੀ ਹੈ ਬਡ ਕ੍ਰੀਏਟ ਹੁੰਦਾ ਹੈ। ਠੀਕ ਹੈ, ਬਡ ਬਣਦਾ ਤੇ ਬਾਅਦ ਵਿੱਚ ਉਹ ਵੱਧ ਕੇ ਇੱਕ ਨਵਾਂ ਜੀਵ ਬਣ ਜਾਂਦਾ। ਜਿਵੇਂ ਕਿ ਅਸੀਂ ਹਾਈਡਰਾ 'ਚ ਪੜ੍ਹਿਆ ਸੀਗਾ, ਉਹ ਵੱਧ ਕੇ ਇੱਕ ਨਵਾਂ ਜੀਵ ਬਣ ਜਾਂਦਾ ਤੇ ਉਸ ਤੋਂ ਬਾਅਦ ਟੁੱਟ ਕੇ ਉਹ ਬਿਲਕੁਲ ਅਲੱਗ ਹੋ ਜਾਂਦਾ ਹੈ
ਤੇ ਦੋ ਨਵੇਂ ਜੀਵਾਂ ਦਾ ਨਿਰਮਾਣ ਹੁੰਦਾ ਹੈ। ਸਿਮਿਲਰਲੀ ਅਸੀਂ ਪੜ੍ਹਿਆ ਸੀ ਜੀਸਟ ਦੇ ਵਿੱਚ ਵੀ ਬਡਿੰਗ ਵਿਧੀ ਰਾਹੀਂ ਜੀਵਾਂ ਦਾ ਨਿਰਮਾਣ ਹੁੰਦਾ ਹੈ। ਤੁਹਾਨੂੰ ਕੁਐਸਚਨ ਜੋ ਆ ਜਾਂਦੇ ਆ ਉਹ ਆ ਜਾਂਦਾ ਹੈ ਅਲਿੰਗੀ ਜਨਨ ਦੀਆਂ ਵਿਧੀਆਂ ਕਿਹੜੀਆਂ ਹਨ। ਇਹ ਵਿਧੀਆਂ ਨੇ ਤੁਸੀਂ ਦੱਸਣੀਆਂ ਨੇ, ਵੱਡਾ ਕੁਐਸਚਨਾਂ ਤਾਂ ਐਕਸਪਲੇਨ ਕਰਨੀਆਂ ਨੇ, ਛੋਟਾ ਤਾਂ ਦੱਸਣੀਆਂ ਨੇ। ਇਹ ਪੁੱਛਿਆ ਜਾ ਸਕਦਾ ਕਿ ਵਿਖੰਡਨ ਕਿਸ ਵਿੱਚ ਹੁੰਦਾ ਹੈ, ਖੰਡ ਕਰਨਾ ਸਪਾਇਰੋਗੈਰਾ ਕਿਸ ਵਿੱਚ ਹੁੰਦਾ ਹੈ, ਬਹੁਖੰਡਨ ਕਿਸ ਵਿੱਚ ਹੁੰਦਾ ਹੈ, ਪੁਨਰ ਜਨਮ ਕਿਹੜੇ ਸੁਖੁੰਜੀਆ ਵਿੱਚ ਹੁੰਦਾ। ਸਭ ਤੋਂ ਇੰਪੋਰਟੈਂਟ ਗੱਲ, ਜਿੰਨੀਆਂ ਵੀ ਅਸੀਂ ਅਜੇ ਡਾਇਗਰਾਮਸ ਬਣਾਈਆਂ ਨੇ, ਅਮੀਬਾ ਦੀ ਬਣਾਈ ਸੀ, ਠੀਕ ਹੈ, ਅਸੀਂ ਪਲਾਜ਼ਮੋਡੀਅਮ ਦੀ ਬਣਾਈ ਸੀ, ਸਪਾਇਰੋਗੈਰਾ ਦੀ ਬਣਾਈ ਸੀ, ਪਲੇਨੇਰੀਆ ਦੀ ਬਣਾਈ ਸੀ, ਹਾਈਡਰਾ ਦੀ ਬਣਾਈ ਸੀ, ਉਹ ਸਾਰੀਆਂ ਡਾਇਗਰਾਮ ਬਹੁਤ ਚੰਗੀ ਤਰ੍ਹਾਂ ਬਣਾਉਣੀਆਂ ਨੇ ਤੇ ਉਹਨਾਂ ਨੂੰ ਸਮਝਣਾ। ਉਮੀਦ ਹੈ ਪਿਆਰੇ ਵਿਦਿਆਰਥੀਓ, ਅੱਜ ਜੋ ਅਸੀਂ ਅਲਿੰਗੀ ਜਨਨ ਦੀਆਂ ਵੱਖ-ਵੱਖ ਵਿਧੀਆਂ ਬਾਰੇ ਪੜ੍ਹਿਆ ਤੁਹਾਨੂੰ ਸਮਝ ਆਈਆਂ ਹੋਣਗੀਆਂ। ਪਿਆਰੇ ਵਿਦਿਆਰਥੀਓ, ਖੁਸ਼ ਰਹੋ, ਪੜ੍ਹਦੇ ਰਹੋ, ਰੋਜ਼ ਨਵਾਂ ਸਿੱਖਦੇ ਰਹੋ। ਧੰਨਵਾਦ ਪਿਆਰੇ ਵਿਦਿਆਰਥੀਓ, ਥੈਂਕ ਯੂ ਸੋ ਮਚ।